Good morning students, myself Jatin Bansal. Today we will discuss new chapter of computer input output devices with 200 plus MCQ। ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕੰਪਿਊਟਰ ਆਪਣੇ ਪੰਜਾਬ ਦੇ ਐਗਜ਼ਾਮਸ ਦੇ ਵਿੱਚ ਬਹੁਤ ਹੀ ਇੰਪੋਰਟੈਂਟ ਸੈਕਸ਼ਨ ਹੈਗਾ। ਹੁਣ ਅੱਗੇ ਕਮਿੰਗ ਸੂਨ ਪਟਵਾਰੀ ਦਾ ਐਗਜ਼ਾਮ ਹੈਗਾ, ਉਸ ਦੇ ਵਿੱਚ 15 ਮਾਰਕਸ ਦਾ ਕੰਪਿਊਟਰ ਆਉਣਾ ਹੈਗਾ ਵੀ ਜੇ ਤੁਸੀਂ ਇੱਕ ਅੱਛੇ ਨੋਟਸ ਦੇ ਥਰੂ ਪੜ੍ਹੋਗੇ ਤਾਂ ਹੀ ਤੁਸੀਂ ਆਪਣੇ 15 ਮਾਰਕਸ ਆਪਣੇ ਪੱਕੇ ਕਰ ਸਕੋਗੇ। ਠੀਕ ਹੈ ਨਾ। ਤਾਂ ਦੈਟਸ ਬੇਟਾ ਮੈਂ ਬਹੁਤ ਅੱਛੇ ਤਰੀਕੇ ਨਾਲ ਵੈਲ ਡਿਫਾਈਨਡ ਮੈਨਰ ਦੇ ਨਾਲ ਨੋਟਸ ਬਣਾ ਰਿਹਾ ਤੁਹਾਡੇ ਲਈ ਵੀ ਤਾਂ ਜੋ ਤੁਸੀਂ ਇੱਕ ਅੱਛਾ ਡਾਟਾ ਲੈ ਕੇ ਇੱਕ ਅੱਛਾ ਰੈਂਕ ਲੈ ਸਕੋ। ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਅੱਗੇ ਵੀਡੀਓਜ਼ ਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ ਵੀ ਜ਼ਿਆਦਾ ਤੋਂ ਜ਼ਿਆਦਾ ਸਟੂਡੈਂਟਸ ਆਪਣੇ ਚੈਨਲ ਨਾਲ ਜੁੜ ਸਕਣ ਤੇ ਉਹਨਾਂ ਨੂੰ ਇੱਕ ਅੱਛਾ ਡਾਟਾ ਮਿਲ ਸਕੇ ਐਗਜ਼ਾਮੀਨੇਸ਼ਨ ਦੇ ਲਈ ਡੀਅਰ। ਤਾਂ ਚਲੋ ਅੱਜ ਦਾ ਸੈਸ਼ਨ ਆਪਾਂ ਸਟਾਰਟ ਕਰਦੇ ਹਾਂ। ਇਨਪੁਟ ਆਊਟਪੁੱਟ ਡਿਵਾਈਸਿਸ ਦੇ ਵਿੱਚ ਅੱਜ ਆਪਾਂ 50 MCQ ਕਵਰ ਕਰਾਂਗੇ, ਬਹੁਤ ਹੀ ਇੰਪੋਰਟੈਂਟ। ਤਾਂ ਲੈਟਸ ਸਟਾਰਟ। ਹਾਂਜੀ, ਇਨਪੁਟ ਆਊਟਪੁੱਟ ਡਿਵਾਈਸਿਸ ਦੀ ਆਪਾਂ ਗੱਲਬਾਤ ਕਰ ਰਹੇ ਹਾਂ। ਤਾਂ ਇਨਪੁਟ ਆਊਟਪੁੱਟ ਡਿਵਾਈਸਿਸ ਦੀ ਗੱਲਬਾਤ ਕਰੀਏ ਆਪਾਂ, ਠੀਕ ਹੈ ਨਾ। ਇਹਦੇ 'ਚ ਮੇਨ ਤੁਹਾਨੂੰ ਪਤਾ ਇਨਪੁਟ ਡਿਵਾਈਸਿਸ ਹੁੰਦੇ ਨੇ ਆਊਟਪੁੱਟ। ਤਾਂ ਇਨਪੁਟ ਡਿਵਾਈਸਿਸ ਕੀ ਹੁੰਦੀਆਂ ਨੇ? ਜਿਸ ਡਿਵਾਈਸਿਸ ਦੀ ਹੈਲਪ ਦੇ ਨਾਲ ਆਪਾਂ ਕੰਪਿਊਟਰ ਦੇ ਵਿੱਚ ਡਾਟਾ ਇਨਪੁਟ ਕਰਦੇ ਹਾਂ, ਠੀਕ ਹੈ ਨਾ। ਜਿਵੇਂ ਆਪਾਂ ਕਹਿ ਦਿੰਦੇ ਹਾਂ ਮਾਊਸ ਹੋ ਗਿਆ, ਕੀਬੋਰਡ ਹੋ ਗਿਆ, ਲਾਈਟ ਪੈਨ ਹੋ ਗਿਆ, ਇਹ ਸਾਰੇ ਅਜਿਹੀਆਂ ਡਿਵਾਈਸਿਸ ਨੇ ਜਿਨ੍ਹਾਂ ਦੀ ਹੈਲਪ ਦੇ ਨਾਲ ਆਪਾਂ ਕੰਪਿਊਟਰ ਦੇ ਵਿੱਚ ਡਾਟਾ ਇਨਪੁਟ ਕਰਦੇ ਹਾਂ। ਦੈਟਸ ਵਾਈ ਆਪਾਂ ਕੀ ਕਹਿੰਦੇ ਹਾਂ, ਇਹਨਾਂ ਨੂੰ ਇਨਪੁਟ ਡਿਵਾਈਸਿਸ ਕਹਿੰਦੇ ਹਾਂ। ਤੇ ਆਊਟਪੁੱਟ ਡਿਵਾਈਸਿਸ ਕਿਹੜੀਆਂ ਹੁੰਦੀਆਂ ਨੇ? ਉਹ ਵਾਲੇ ਡਿਵਾਈਸਿਸ ਹੁੰਦੀਆਂ ਨੇ ਜਿਹੜੀਆਂ ਜਿਵੇਂ ਕੋਈ CPU ਨੇ ਰਿਜ਼ਲਟ ਪ੍ਰੋਡਿਊਸ ਕੀਤਾ ਕੁਛ ਵੀ, ਉਹਨੂੰ ਉਹਦੀ ਕੰਪਿਊਟਰ ਦੇ ਵਿੱਚ ਆਊਟਪੁੱਟ ਪ੍ਰੋਡਿਊਸ ਕਰ ਰਿਹਾ, ਠੀਕ ਹੈ ਨਾ, ਵੀ ਕੀ ਰਿਜ਼ਲਟ ਬਣਿਆ। ਤਾਂ ਮੋਨੀਟਰ ਹੋ ਗਿਆ, ਜਿਵੇਂ ਪ੍ਰਿੰਟਰ ਹੋ ਗਿਆ, ਪਲੋਟਰ ਹੋ ਗਿਆ, ਇਹ ਸਾਰੀਆਂ ਮੇਨ ਐਗਜ਼ਾਮਪਲਸ ਨੇ ਆਪਣੀਆਂ ਆਊਟਪੁੱਟ ਡਿਵਾਈਸਿਸ ਦੀਆਂ। ਐਗਜ਼ਾਮ ਦੇ ਵਿੱਚ ਹਮੇਸ਼ਾ ਬਹੁਤ ਵਾਰ ਕੁਐਸਚਨ ਆਉਂਦਾ ਹੈ ਵਿਚ ਆਫ ਦੀ ਫੋਲੋਇੰਗ ਇਜ਼ ਇਨਪੁਟ ਡਿਵਾਈਸ, ਵਿਚ ਆਫ ਦੀ ਫੋਲੋਇੰਗ ਇਜ਼ ਅ ਆਊਟਪੁੱਟ ਡਿਵਾਈਸ। ਤਾਂ ਮੈਂ ਤੁਹਾਨੂੰ ਇੱਕ ਸਿੰਪਲ ਜਿਹੇ ਤਰੀਕੇ ਨਾਲ ਦੱਸ ਦਿੰਦਾ ਵੀ ਤੁਸੀਂ ਪਹਿਲਾਂ ਆਪਣੇ ਆਊਟਪੁੱਟ ਡਿਵਾਈਸਿਸ ਯਾਦ ਕਰ ਲਓ, ਬਹੁਤ ਈਜ਼ੀ ਨੇ। ਤਾਂ ਆਊਟਪੁੱਟ ਡਿਵਾਈਸਿਸ ਜੇ ਤੁਸੀਂ ਯਾਦ ਕਰੋ ਤਾਂ ਸਿਰਫ ਆ ਗਿਣਤੀ ਦੇ ਆਪਣੇ ਕੋਲ 5 ਨੇ, ਦੇਖੋ ਹੈ ਨਾ। ਤਾਂ ਬਹੁਤ ਹੀ ਆਸਾਨ ਨੇ। ਦੇਖੋ ਮੋਨੀਟਰ ਦਾ ਆਪਾਂ ਨੂੰ ਪਤਾ ਸਭ ਕੁਝ ਰਿਜ਼ਲਟ ਡਿਸਪਲੇ ਕਰਦਾ ਆਪਣਾ ਮੋਨੀਟਰ ਕਰਦਾ ਹੈਗਾ। ਪ੍ਰਿੰਟਰ ਆਪਣਾ ਪੇਜ ਨੂੰ ਪ੍ਰਿੰਟ ਕਰਦਾ ਹੈਗਾ। ਤਾਂ ਪ੍ਰਿੰਟਰ, ਪਲੋਟਰ ਵੀ ਪ੍ਰਿੰਟਰ ਦੀ ਤਰ੍ਹਾਂ ਹੀ ਹੁੰਦਾ ਹੈ। ਤਾਂ ਦੇਖੋ ਪੀ ਤੇ ਹੀ 3 ਨੇ, ਆਪਣਾ ਪ੍ਰਿੰਟਰ, ਪਲੋਟਰ ਤੇ ਪ੍ਰੋਜੈਕਟਰ। ਤਾਂ ਜਿਹੜੇ ਆਪਾਂ ਪ੍ਰੋਜੈਕਟਰ ਲਾਉਂਦੇ ਹਾਂ ਸਕੂਲ ਕਾਲਜਿਸ ਦੇ ਵਿੱਚ, ਕਲਾਸਰੂਮ ਦੇ ਵਿੱਚ ਪ੍ਰੋਜੈਕਟਰ ਲੱਗੇ ਹੁੰਦੇ ਨੇ, ਉਹ ਵੀ ਇੱਕ ਆਊਟਪੁੱਟ ਡਿਵਾਈਸ ਹੈਗੇ। ਤੇ ਸਪੀਕਰ, ਤੇ ਜਿਹੜੇ ਆਪਣੇ ਸਪੀਕਰ ਲੱਗੇ ਹੁੰਦੇ ਨੇ ਉਹ ਵੀ ਕੀ ਇੱਕ ਆਊਟਪੁੱਟ ਡਿਵਾਈਸ ਹੈਗਾ। ਤਾਂ 5 ਨੇ ਮੇਨ, ਮੋਨੀਟਰ, P ਤੋਂ 3 ਨੇ ਆਪਣੇ ਪ੍ਰਿੰਟਰ, ਪਲੋਟਰ ਤੇ ਪ੍ਰੋਜੈਕਟਰ, ਓਕੇ, ਤੇ ਇੱਕ ਆਪਣਾ ਸਪੀਕਰ। ਬਾਕੀ ਜਿਹੜੀ ਮਰਜ਼ੀ ਐਗਜ਼ਾਮਪਲ ਹੋਵੇ ਤਾਂ ਸਾਰੀਆਂ ਕੀ ਆਉਣਗੀਆਂ ਆਪਣੀਆਂ ਇਨਪੁੱਟ ਡਿਵਾਈਸਿਸ ਆਉਣਗੀਆਂ। ਤਾਂ ਆਪਣੇ ਲੈਫਟ ਹੈਂਡ ਸਾਈਡ ਤੇ ਆਪਣੇ ਇਨਪੁੱਟ ਡਿਵਾਈਸਿਸ ਮੈਂਸ਼ਨ ਕੀਤੇ ਹੋਏ ਨੇ, ਜਿਵੇਂ ਮਾਊਸ ਹੈਗਾ, ਕੀਬੋਰਡ ਹੈਗਾ, ਲਾਈਟ ਪੈਨ, ਟਰੈਕ ਬੋਲ, OMR। ਇਹਨਾਂ ਦੀ ਤਾਂ ਫੁੱਲ ਫਾਰਮ ਵੀ ਬਹੁਤ ਵਾਰੀ ਆਉਂਦਾ, ਜਿਵੇਂ OMR ਹੈਗਾ ਆਪਟੀਕਲ ਮਾਰਕ ਰਿਕੋਗਨੀਸ਼ਨ, ਇਹ OMR ਦੀ ਫੁੱਲ ਫਾਰਮ ਹੈਗੀ ਹੈ। OCR ਆਪਟੀਕਲ ਕਰੈਕਟਰ ਰਿਕੋਗਨੀਸ਼ਨ, ਤੇ MICR ਆਪਣਾ ਹੁੰਦਾ ਮੈਗਨੈਟਿਕ ਇੰਕ ਕਰੈਕਟਰ ਰਿਕੋਗਨੀਸ਼ਨ। ਇਹਨਾਂ ਤਿੰਨਾਂ ਦੀ ਡੈਫੀਨੇਸ਼ਨ ਬਹੁਤ ਫੇਮਸ ਹੈ ਤੇ ਐਗਜ਼ਾਮੀਨਰ ਬਹੁਤ ਵਾਰੀ ਐਗਜ਼ਾਮ 'ਚ ਤੁਹਾਨੂੰ ਇਹਨਾਂ ਦੀ ਫੁੱਲ ਫਾਰਮ ਆਸਕ ਕਰਦਾ ਹੁੰਦਾ ਵੀ MICR ਕੀ ਹੈ, ਮੈਗਨੈਟਿਕ ਇੰਕ ਕਰੈਕਟਰ ਰਿਕੋਗਨੀਸ਼ਨ ਹੈ, ਤੇ ਆਪਣਾ OCR ਕੀ ਹੈ, ਆਪਟੀਕਲ ਕਰੈਕਟਰ ਰਿਕੋਗਨੀਸ਼ਨ ਹੈਗਾ, ਓਕੇ। ਬਾਰਕੋਡ ਰੀਡਰ, ਜਿਹੜੇ ਆਪਾਂ ਦੇਖਦੇ ਹਾਂ, ਆਪਾਂ ਕਿਸੇ ਸ਼ੋਅਰੂਮ 'ਚ ਜਾਂਦੇ ਹਾਂ ਤਾਂ ਉੱਥੇ ਬਾਰਕੋਡ ਰੀਡਰ ਲੱਗੇ ਹੁੰਦੇ ਨੇ, ਹਰ ਇੱਕ ਗੁਡਸ ਦੇ ਉੱਤੇ ਇੱਕ ਬਾਰਕੋਡ ਛਪਿਆ ਹੁੰਦਾ ਲਾਈਨਾਂ ਜੀ ਵਾਲਾ, ਠੀਕ ਹੈ ਨਾ। ਤਾਂ ਉਹ ਬਾਰਕੋਡ ਰੀਡਰ ਕਰਦਾ। ਸਕੈਨਰ ਜਿਹੜਾ ਆਪਾਂ ਯੂਜ਼ ਕਰਦੇ ਹਾਂ, ਡਿਜੀਟਲ ਕੈਮਰਾਜ਼ ਹੋ ਗਿਆ, ਜੋਇਸਟਿਕ ਹੋ ਗਈ, ਮਾਈਕਰੋਫੋਨ, ਬਾਇਓਮੈਟ੍ਰਿਕਸ ਜਿਹੜੇ ਆਪਾਂ ਥੰਬ ਇੰਪ੍ਰੈਸ਼ਨ ਲਾਉਂਦੇ ਹੁੰਦੇ, ਫਿੰਗਰਪ੍ਰਿੰਟ, ਟੱਚ ਪੈਡ ਜਿਹੜਾ ਆਪਣਾ ਲੈਪਟਾਪਸ ਦੇ ਵਿੱਚ ਹੈ ਨਾ ਟੱਚ ਪੈਡ ਹੁੰਦਾ ਹੈਗਾ, ਟੱਚ ਸਕਰੀਨ ਜਿਹੜੇ ਆਪਣੇ ਮੋਬਾਈਲ ਦੀ ਟੱਚ ਸਕਰੀਨ ਹੈ, ਇਹਨੂੰ ਮੇਨ ਤੁਸੀਂ ਇਨਪੁੱਟ ਡਿਵਾਈਸ ਹੀ ਕਹੋਗੇ, ਓਕੇ। ਵੈਬ ਕੈਮ, ਜਿਹੜੇ ਲੈਪਟਾਪ 'ਚ ਵੈਬ ਕੈਮ ਲੱਗੇ ਹੁੰਦੇ ਨੇ, ਇਹ ਕੀ ਨੇ? ਇਨਪੁੱਟ ਨੇ। ਡਿਜੀਟਲ ਕੈਮਰਾ ਜਾਂ ਵੈਬ ਕੈਮ, ਇਹ ਸਾਰੇ ਇਨਪੁੱਟ ਡਿਵਾਈਸਿਸ ਹੀ ਨੇ, ਓਕੇ। ਤਾਂ ਮੇਨ ਆਪਣੇ ਬਸ ਆਪਣੀ ਆਊਟਪੁੱਟ ਡਿਵਾਈਸਿਸ ਤੁਸੀਂ ਯਾਦ ਕਰ ਲਓ, ਤੁਹਾਨੂੰ ਇਨਪੁੱਟ ਡਿਵਾਈਸ ਆਪਣਾ ਪਤਾ ਚੱਲ ਜੂਗੀ ਵੀ ਕਿਹੜੀ ਇਨਪੁੱਟ ਹੈ ਤੇ ਕਿਹੜੀ ਆਊਟਪੁੱਟ ਡਿਵਾਈਸ ਹੈ, ਬਿਲਕੁਲ ਓਕੇ। ਉਸ ਤੋਂ ਬਾਅਦ ਇਹਦੇ ਇਸ ਚੈਪਟਰ 'ਚ ਮੇਨ ਕੁਐਸਚਨ ਜਿਹੜੇ ਕਨਫਿਊਜ਼ਨ ਦੇ ਆਉਂਦੇ ਹੁੰਦੇ ਨੇ ਉਹ ਪ੍ਰਿੰਟਰਸ ਦੇ ਆਉਂਦੇ ਹੁੰਦੇ ਨੇ, ਓਕੇ। ਤਾਂ ਆਪਾਂ ਪ੍ਰਿੰਟਰਸ ਨੂੰ ਡਿਫਾਈਨ ਕਰਦਾ ਵੀ ਟਾਈਪਸ ਆਫ ਪ੍ਰਿੰਟਰ ਕਿਹੜੇ ਕਿਹੜੇ ਹੈਗੇ ਨੇ।
ਤਾਂ ਪ੍ਰਿੰਟਰਸ ਦੀ ਗੱਲ ਕਰੀਏ ਤਾਂ ਦੋ ਤਰ੍ਹਾਂ ਦੇ ਪ੍ਰਿੰਟਰ ਹੁੰਦੇ ਨੇ, ਇੱਕ ਹੁੰਦੇ ਨੇ ਇੰਪੈਕਟ ਪ੍ਰਿੰਟਰ, ਇੱਕ ਹੁੰਦੇ ਨੇ ਨੋਨ ਇੰਪੈਕਟ ਪ੍ਰਿੰਟਰ। ਤਾਂ ਇਹਨਾਂ ਦੀ ਡੈਫੀਨੇਸ਼ਨ ਵੀ ਆਸਕ ਕਰ ਲੈਂਦਾ ਹੁੰਦਾ ਵੀ ਇੰਪੈਕਟ ਪ੍ਰਿੰਟਰ ਕਿਹੜੇ ਹੁੰਦੇ ਨੇ। ਇੰਪੈਕਟ ਪ੍ਰਿੰਟਰ ਆਪਣੇ ਉਹ ਵਾਲੇ ਹੁੰਦੇ ਨੇ ਡਾਇਰੈਕਟ ਕੰਟੈਕਟ ਆਫ ਐਨ ਇੰਕ ਰਿਬਨ ਵਿਦ ਪੇਪਰ। ਜਿਹੜਾ ਆਪਣੇ ਕੋਲ ਇੰਕ ਰਿਬਨ ਹੁੰਦਾ ਜੇ ਉਹਦਾ ਕੰਟੈਕਟ ਪੇਪਰ ਦੇ ਨਾਲ ਹੋ ਜਾਵੇ ਤਾਂ ਉਸ ਨੂੰ ਆਪਾਂ ਇੰਪੈਕਟ ਪ੍ਰਿੰਟਰ ਕਹਿੰਦੇ। ਜਿਵੇਂ ਤੁਸੀਂ ਨਾ ਬੇਟਾ ਟਾਈਪਿੰਗ ਸਿੱਖ ਰਹੇ ਹੋ ਤੁਸੀਂ ਸਾਰੇ ਜਣੇ, ਤਾਂ ਤੁਸੀਂ ਕਈ ਵਾਰ ਟਾਈਪਿੰਗ ਦੇਖਿਓ, ਟਾਈਪਰਾਈਟਰ ਦੇਖਿਆ ਹੋਊਗਾ, ਤਾਂ ਨਾ ਇੱਕ ਤੁਸੀਂ ਜਦੋਂ ਸਵਿਚ ਪ੍ਰੈਸ ਕਰਦੇ ਹੋ ਤਾਂ ਇੱਕ ਜਿਹੜੀ ਆਪਣੇ ਉਹਦੇ 'ਚੋਂ ਇੱਕ ਕੁਛ ਹੈੱਡ ਜਾਂ ਨਿਕਲ ਕੇ ਰਿਬਨ ਸਮੇਤ ਪੇਪਰ ਦੇ ਉੱਤੇ ਛਪ ਜਾਂਦਾ ਹੁੰਦਾ, ਠੀਕ ਹੈ। ਤਾਂ ਇਹ ਡਾਇਰੈਕਟ ਕੰਟੈਕਟ ਹੋ ਰਿਹਾ ਪੇਪਰ ਦਾ ਰਿਬਨ ਦੇ ਨਾਲ, ਤੇ ਡਾਇਰੈਕਟ ਜਿਹੜਾ ਹੈੱਡ ਹੈਗਾ ਹੈ ਨਾ, ਤਾਂ ਇਸ ਨੂੰ ਬੋਲਦੇ ਨੇ ਇੰਪੈਕਟ ਪ੍ਰਿੰਟਰ। ਨੋਨ ਇੰਪੈਕਟ ਪ੍ਰਿੰਟਰ ਦੇ ਵਿੱਚ ਜਿਹੜਾ ਰਿਬਨ ਹੁੰਦਾ ਤੇ ਪੇਪਰ ਹੁੰਦਾ, ਇਹਨਾਂ ਦਾ ਡਾਇਰੈਕਟ ਕੰਟੈਕਟ ਨਹੀਂ ਹੁੰਦਾ, ਮਤਲਬ ਇਹ ਇੱਕ ਦੂਜੇ ਨੂੰ ਟੱਚ ਨਹੀਂ ਕਰਦੇ, ਤਾਂ ਉਸ ਨੂੰ ਆਪਾਂ ਕੀ ਬੋਲਦੇ ਆ, ਨੋਨ ਇੰਪੈਕਟ ਪ੍ਰਿੰਟਰ ਬੋਲਦੇ ਆ। ਉਸ ਤੋਂ ਬਾਅਦ ਇਹਨਾਂ ਦੇ ਸਭ ਤੋਂ ਫੇਮਸ ਹੈਗੇ ਨੇ ਇਹਨਾਂ ਦੇ ਐਗਜ਼ਾਮਪਲ, ਜਿਹੜੇ ਕਿ ਬਹੁਤ ਜ਼ਿਆਦਾ ਹੀ ਫੇਮਸ ਐਗਜ਼ਾਮਪਲਸ ਨੇ ਇੰਪੈਕਟ ਪ੍ਰਿੰਟਰ ਦੀ। ਦੇਖੋ 3 ਬਹੁਤ ਹੀ ਫੇਮਸ ਐਗਜ਼ਾਮਪਲ ਨੇ, ਡਾਟ ਮੈਟ੍ਰਿਕਸ, ਡੇਜ਼ੀ ਵੀਲ ਤੇ ਡਰਮ ਪ੍ਰਿੰਟਰ। ਤਾਂ ਡਾਟ ਮੈਟ੍ਰਿਕਸ, ਡੇਜ਼ੀ ਵੀਲ ਤੇ ਡਰਮ, ਤਿੰਨੋਂ ਆਪਣੇ ਡੀ ਤੇ ਨਾਮ ਨੇ, ਡਾਟ ਮੈਟ੍ਰਿਕਸ, ਆਪਣਾ ਡੇਜ਼ੀ ਵੀਲ ਤੇ ਡਰਮ ਪ੍ਰਿੰਟਰ। ਤਾਂ ਇਹ ਕਿਵੇਂ ਤੁਹਾਨੂੰ ਯਾਦ ਰਹਿ ਜੂਗਾ ਨਾ, ਇੱਕ ਤੁਸੀਂ ਨਾ ਚੈਪਟਰ ਕਰਦੇ ਹੋ ਨਾ ਮੈਥਮੈਟਿਕਸ ਦੇ ਵਿੱਚ DI ਦਾ, DI ਡਾਟਾ ਇੰਟਰਪ੍ਰੀਟੇਸ਼ਨ ਤੁਸੀਂ ਚੈਪਟਰ ਕਰਦੇ ਹੋਵੋਗੇ। ਇਸ ਤਰੀਕੇ ਦਾ ਤੁਸੀਂ ਡੀ ਤੋਂ ਯਾਦ ਕਰ ਸਕਦੇ ਹੋ ਵੀ ਡੀ ਤੋਂ ਆਪਣਾ ਕਿਹੜਾ ਆ ਜਾਊਗਾ, ਡਰਮ ਪ੍ਰਿੰਟਰ ਆ ਜਾਊਗਾ, ਡੇਜ਼ੀ ਪ੍ਰਿੰਟਰ ਆ ਜਾਊਗਾ, ਡੇਜ਼ੀ ਵੀਲ ਪ੍ਰਿੰਟਰ ਤੇ ਆਪਣਾ ਡਾਟ ਮੈਟ੍ਰਿਕਸ। ਆਈ ਤੋਂ क्या आ जाऊगा भी ये सारे की ने इंपैक्ट प्रिंटर ने। बहुत ईजी थोनू याद आ जाऊगा सब कुछ, ठीक है ना। तो डी तो 3 नेम ने, तीनों की ने इंपैक्ट ने। जो उधर नॉन इंपैक्ट की गल करिए तो नॉन इंपैक्ट इंकजैट प्रिंटर बहुत बार आता है, लेजर प्रिंटर अपना ते थर्मल प्रिंटर, ये सारे एग्जाम्पल किहदे ने, नॉन इंपैक्ट प्रिंटर दियां ने। तो लेजर प्रिंटर जो अजकल सब तो फेमस होए पे ने, जो भी तुसीं शॉप ते जाते हो प्रिंट आउट कढाने हो तो उत्थे सारा कोई लेजर प्रिंटर्स का ही यूज़ किया हुंदा हैगा। एवरीवन ओके। तो इंपैक्ट प्रिंटर ते नॉन इंपैक्ट प्रिंटर दे विच मैं तुहानूं मेन डिफरेंशिएट दसदा, मेन एग्जाम्पलां ने। तो DI याद रखियो, तो अपना डॉट मैट्रिक्स, ड्रम प्रिंटर ते अपना डेजी व्हील, ये तीनों के तीनों आई तो की आ जाऊगा, इंपैक्ट प्रिंटर आ जाऊगा। तो होप करदा तुहानूं सैशन बहुत अच्छा लग रहा होगा। तो प्लीज़ वीडियो नूं शेयर जरूर कर दो अपने WhatsApp ग्रुप्स दे विच, अपने फ्रेंड्स, अब फेसबुक के उत्ते भी, तां जो ज़्यादा तो ज़्यादा स्टूडेंट्स अपने इस चैनल के नाल जुड़ सकन। ओके। तो प्लीज़ बेटा रिक्वेस्ट ही होंगे भी थोड़े फ्रेंड सर्कल होंगे ने, तो उन्होंने जरूर शेयर करदा करो भी, तां जो वो भी एक चंगे डाटे के हक दे विच रहना चाहते होंगे ने। स्टूडेंट्स नूं एक अच्छा डाटा नहीं मिलता, तो मैं कोशिश करदा भी ज़्यादा तो ज़्यादा थ्योरी प्लस वो ऑब्जैक्टिव MCQ जिन्ने भी होंगे ने मैं थोड़े को लैके आवां, ठीक है। तो प्लीज़ बस शेयर करते रहा करो भी, तां जो अपना चैनल ज़्यादा ग्रोथ पर आवे तो अपने चैनल नाल वध तो वध स्टूडेंट्स जुड़ सकन। तो चलो आप अगे सीधा MCQ ते आने। देखो तुहानूं कल्ला कल्ला MCQ तुसीं बहुत ईजीली तरीके नाल सॉल्व करोगे, क्योंकि अपने मेन इनपुट आउटपुट डिवाइस कर ले ते नाल अपने प्रिंटर्स कर ले। तो नैक्सट क्वेश्चन आप फस्ट क्वेश्चन आप आने आ, विच अमंग द फॉलोइंग डिवाइसिस इज एन इमेज प्रोसैसिंग इनपुट डिवाइस। पहली गल वो इनपुट डिवाइस की गल कर रहा है। तो देखो जिहड़ा अपना प्रिंटर है ये आउटपुट डिवाइस है, तो यह तो आ नहीं सकता ऑप्शन। मोनीटर अपनी आउटपुट डिवाइस है, तो ये भी ऑप्शन नहीं आ सकता। तो 2 ऑप्शनस रह गया, कीबोर्ड ते स्कैनर। तो जिहड़ा कीबोर्ड हुंदा वो तो देखो कीज़ दे नाल आपां टैक्सट एंटर करते हैं, स्कैनर दे नाल तुसीं एक पेज जिहा रख देना स्कैनर दे उत्ते, जिहदे च इमेज भी होवे, तो इमेज सारी दी सारी प्रोसैस हो जाती है, ठीक है। तो इमेज की फॉर्म दे विच इनपुट होंदे, तो इमेज प्रोसैसिंग कहते हैं, दैट्स वाई स्कैनर दे उत्ते तुसीं टिक लाओगे। तो B ऑप्शन स्कैनर दे उत्ते तुसीं टिक ला दोगे। एवरीवन ओके। नैक्सट डैश डिस्प्ले इनफॉर्मेशन इन विजुअल फॉर्म यूजिंग टैक्सट एंड ग्राफिक्स। तो कहना किहड़ी एक डिस्प्ले इनफॉर्मेशन है जिहड़ा अपने विजुअल फॉर्म दे विच डाटे नूं दे रही है। तो देखो पहली गल है, कीबोर्ड तो अपनी इनपुट डिवाइस हैगा, माउस भी अपना इनपुट डिवाइस हैगा, एक रह गया प्रिंटर है, एक रह गया मोनीटर है। तो उन्हें डिस्प्ले इनफॉर्मेशन कही है, तो दैट इज़ द आवर मोनीटर। तो मोनीटर के उत्ते तुसीं टिक ला दोगे, क्योंकि मोनीटर कोई भी रिजल्ट कंप्यूटर प्रोड्यूस करता है तो वह अपने सामने डिस्प्ले कर दिंदा हुंदा है। बिल्कुल एवरीवन ओके। तो चलो नैक्सट क्वेश्चन आप डिस्कस करते हैं। आ डैश इज़ यूज्ड मेनली फॉर टाइपिंग टैक्सट इनटू यूअर कंप्यूटर। तो आप टाइपिंग टैक्सट के लिए यूज़ करते हैं, मतलब इनपुट देने के लिए। तो मोनीटर इज़ आउटपुट, स्पीकर इज़ आउटपुट। तो स्कैनर दे विच तुसीं टाइपिंग का यूज़ करते नहीं, कीबोर्ड दे विच आपां टाइपिंग यूज़ करते हैं, दैट्स वाई C ऑप्शन कीबोर्ड के उत्ते तुसीं टिक लाओगे। बहुत ही आसान हैगा। तो थर्ड का ऑप्शन क्या आ जाऊगा,
सी ऑप्शन आ जाऊगा, ठीक है। नैक्सट, दी स्टैंडर्ड कंप्यूटर कीबोर्ड इज़ कन्फिगर्ड यूजिंग द डैश लेआउट। तो ਜਿਹੜੇ ਮੇਨ ਆਪਣੇ ਇੰਡੀਆ 'ਚ ਸਟੈਂਡਰਡ ਕੰਪਿਊਟਰ ਯੂਜ਼ ਕਰਦੇ ਹੈਗੇ ਆ ਤਾਂ ਉਹਦਾ ਮੇਨ ਪੈਟਰਨ ਕੀ ਹੁੰਦਾ, ਕਵਾਰਟੀ ਵਾਲਾ ਪੈਟਰਨ ਹੁੰਦਾ, QWERTY ਵਾਲਾ। ਤਾਂ QWERTY ਵਾਲਾ ਪੈਟਰਨ ਹੈਗਾ। ਤਾਂ ਇਸ ਦੇ ਨਾਲ ਆਪਾਂ ਤੁਸੀਂ ਦੇਖਿਆ ਹੋਊਗਾ ਕੀਬੋਰਡ ਜਿਹੜੇ ਆਪਣੇ ਘਰਾਂ ਦੇ ਵਿੱਚ ਹੁੰਦੇ ਨੇ ਕੰਪਿਊਟਰ ਦੇ ਨਾਲ ਉੱਪਰ ਵਾਲੀ ਜਿਹੜੀ ਲਾਈਨ ਹੁੰਦੀ ਹੈ ਐਲਫਾਬੈਟਸ ਦੀ ਉਹ ਕਵਾਰਟੀ ਲਿਖਿਆ ਹੁੰਦਾ QWERTY। ਓਕੇ, ਨੈਕਸਟ, ਦੀ ਡਿਵਾਈਸ ਵਿਚ ਹੈਲਪਸ ਯੂ ਟੂ ਕਮਿਊਨੀਕੇਟ ਵਿਦ ਕੰਪਿਊਟਰ ਇਜ਼। ਤਾਂ ਕਿਹੜੀ ਡਿਵਾਈਸ ਦੇ ਨਾਲ ਆਪਾਂ ਕਮਿਊਨੀਕੇਟ ਕਰ ਸਕਦੇ ਕੰਪਿਊਟਰ ਦੇ ਵਿੱਚ। ਤਾਂ ਇਨਪੁਟ ਡਿਵਾਈਸ ਦੀ ਵੀ ਲੋੜ ਪੈਂਦੀ ਹੈ ਅਤੇ ਆਊਟਪੁੱਟ ਡਿਵਾਈਸ ਦੀ ਵੀ ਲੋੜ ਪੈਂਦੀ ਹੈ। ਤਾਂ ਇਨਪੁੱਟ ਆਊਟਪੁੱਟ ਦੇ ਥਰੂ ਹੀ ਆਪਾਂ ਕਮਿਊਨੀਕੇਟ ਕਰ ਸਕਦੇ ਹਾਂ ਨਾ। ਪਹਿਲਾਂ ਆਪਾਂ ਇਨਪੁੱਟ ਦੇਵਾਂਗੇ, ਫਿਰ ਉਹਦਾ ਰਿਜ਼ਲਟ ਜੋ ਵੀ ਪ੍ਰੋਡਿਊਸ ਹੋਊਗਾ ਉਹ ਆਊਟਪੁੱਟ 'ਤੇ ਆਊਗਾ, ਤਾਂ ਹੀ ਆਪਾਂ ਕਮਿਊਨੀਕੇਸ਼ਨ ਪ੍ਰੋਪਰ ਵੇ ਨਾਲ ਕਰ ਸਕਦੇ ਹਾਂ ਨਾ। ਤਾਂ ਦੈਟਸ ਵਾਈ ਡੀ ਆਪਸ਼ਨ 'ਤੇ ਟਿਕ ਲੱਗ ਜੂਗਾ, ਬੋਥ ਏ ਐਂਡ ਬੀ ਦੇ ਉੱਤੇ ਤੁਸੀਂ ਟਿਕ ਲਾ ਦੋਗੇ, ਠੀਕ ਹੈ। ਨੈਕਸਟ, ਐਨ ਡੈਸ਼ ਡਿਵਾਈਸ ਇਜ਼ ਐਨੀ ਹਾਰਡਵੇਅਰ ਕੰਪੋਨੈਂਟ that allows you to enter data and instruction into a computer। ਤਾਂ ਆਪਾਂ ਡਾਟਾ ਜਾਂ ਕੋਈ ਵੀ ਇੰਸਟਰਕਸ਼ਨ ਆਪਾਂ ਐਂਟਰ ਕਰਾ ਸਕਦੇ ਹਾਂ ਤਾਂ ਉਸ ਡਿਵਾਈਸ ਨੂੰ ਆਪਾਂ ਕੀ ਕਵਾਂਗੇ, ਇਨਪੁੱਟ ਡਿਵਾਈਸ ਕਵਾਂਗੇ। ਤਾਂ ਆਪਣਾ ਆਪਸ਼ਨ ਦਾ ਟਿਕ ਲੱਗ ਜੂਗਾ ਬੀ ਆਪਸ਼ਨ, ਇਨਪੁੱਟ। ਐਨ ਇਨਪੁੱਟ ਡਿਵਾਈਸ ਇਜ਼ ਐਨ ਹਾਰਡਵੇਅਰ ਕੰਪੋਨੈਂਟ। ਵੀ ਹਾਰਡਵੇਅਰ ਹੁੰਦੇ ਨੇ, ਕੀਬੋਰਡ ਹੈ, ਮਾਊਸ ਹੈ, ਇੱਕ ਹਾਰਡਵੇਅਰ ਕੰਪੋਨੈਂਟ ਨੇ ਜਿਹੜੇ ਆਪਣੇ ਡਾਟੇ ਨੂੰ ਐਂਟਰ ਕਰਾਉਣ ਦੇ ਕੰਮ ਕਰਦੇ ਨੇ, ਠੀਕ ਹੈ। ਨੈਕਸਟ, the device that can both feed data into and accept data from a computer is called। ਮਤਲਬ ਕਹਿੰਦਾ ਉਹ ਕਿਹੜੀ ਡਿਵਾਈਸ ਹੈ ਜਿਹੜੀ ਕੰਪਿਊਟਰ ਦੇ ਵਿੱਚ ਡਾਟੇ ਨੂੰ ਐਂਟਰ ਵੀ ਕਰਾਵੇ ਤੇ ਉਹਦੇ ਰਿਜ਼ਲਟ ਨੂੰ ਪਬਲਿਸ਼ ਵੀ ਕਰਦੇ ਇੱਕ ਤਰੀਕੇ ਨਾਲ, ਹੈ ਨਾ। ਤਾਂ ਓਬਵੀਅਸ ਗੱਲ ਆ, ਬੋਥ ਇਨਪੁੱਟ ਤੇ ਆਊਟਪੁੱਟ ਦੀ ਤਰ੍ਹਾਂ ਵਰਕ ਕਰ ਰਹੀ ਹੈ ਤਾਂ ਉਹਨੂੰ ਇਨਪੁੱਟ ਆਊਟਪੁੱਟ ਡਿਵਾਈਸ ਕਵਾਂਗੇ। ਤਾਂ ਸੀ ਆਪਸ਼ਨ ਇਨਪੁੱਟ ਆਊਟਪੁੱਟ ਡਿਵਾਈਸ ਦੇ ਉੱਤੇ ਤੁਸੀਂ ਟਿਕ ਲਾਓਗੇ। ਨੈਕਸਟ, ਡੈਸ਼ ਡਿਵਾਈਸਿਸ ਕਨਵਰਟ ਹਿਊਮਨ ਅੰਡਰਸਟੈਂਡੇਬਲ ਡਾਟਾ and programs into a form that the computer can process। ਤਾਂ ਉਹ ਕਿਹੜੀ ਡਿਵਾਈਸ ਹੈ ਜਿਹੜੀ ਹਿਊਮਨ ਅੰਡਰਸਟੈਂਡੇਬਲ ਡਾਟਾ ਐਂਡ ਪ੍ਰੋਗਰਾਮਸ ਇਨਟੂ ਦੀ ਫਾਰਮ ਦੈਟ ਦੀ ਕੰਪਿਊਟਰ ਕੈਨ ਪ੍ਰੋਸੈਸ। ਵੀ ਉਸ ਡਾਟੇ ਵੀ ਚੇਂਜ ਕਰ ਦਿੰਦੀ ਹੈ ਵੀ ਜਿਹੜਾ ਕੰਪਿਊਟਰ ਉਹਨੂੰ ਪ੍ਰੋਸੈਸ ਕਰ ਸਕਦਾ। ਡਾਟਾ ਆਪਾਂ ਹਿਊਮਨ ਬੀਇੰਗ ਸਮਝਦੇ ਹਾਂ ਬਟ ਇਹੋ ਜਿਹੇ ਫਾਰਮ 'ਚ ਕਨਵਰਟ ਕਰ ਦਿੰਦਾ ਵੀ ਕੰਪਿਊਟਰ ਵੀ ਸਮਝਣ ਲੱਗ ਜਾਂਦਾ। ਤਾਂ ਉਹ ਇਨਪੁੱਟ ਡਿਵਾਈਸਿਸ ਹੀ ਹੁੰਦੀਆਂ ਨੇ। ਤਾਂ ਡੀ ਆਪਸ਼ਨ ਇਨਪੁੱਟ ਡਿਵਾਈਸਿਸ ਦੇ ਉੱਤੇ ਤੁਸੀਂ ਟਿਕ ਲਾ ਦੋਗੇ। ਜਿਵੇਂ ਕੀਬੋਰਡ ਆਪਾਂ ਨੂੰ ਪਤਾ ABC, ਕੰਪਿਊਟਰ ਨੂੰ ਕੁਛ ਨਹੀਂ ਪਤਾ ABC ਦਾ। ਤਾਂ ਜਿਵੇਂ ਤੁਸੀਂ A ਪ੍ਰੈਸ ਕਰਦੇ ਹੋ ਤਾਂ ਕੀਬੋਰਡ ਦੇ ਨੀਚੇ ਉਸਦਾ ਇੱਕ ਕੋਡ ਦਿੱਤਾ ਹੁੰਦਾ ਬਾਈਨਰੀ ਦੇ ਵਿੱਚ। ਤਾਂ ਉਹ ਬਾਈਨਰੀ ਦੇ ਵਿੱਚ ਕੰਪਿਊਟਰ ਦੇ ਕੋਲ ਚਲਾ ਜਾਂਦਾ ਹੁੰਦਾ, ਠੀਕ ਹੈ ਨਾ। ਇੱਕ ਤਰ੍ਹਾਂ ਦਾ ਕਨਵਰਟ ਕਰਦਾ ਹਿਊਮਨ ਅੰਡਰਸਟੈਂਡੇਬਲ ਡਾਟੇ ਨੂੰ ਕਿਹਦੇ ਵਿੱਚ ਕਨਵਰਟ ਕਰ ਰਿਹਾ, ਆਪਣੇ ਕੰਪਿਊਟਰ ਦੇ ਅੰਡਰਸਟੈਂਡੇਬਲ ਡਾਟੇ ਦੇ ਵਿੱਚ। ਓਕੇ, ਨੈਕਸਟ, the insert caps lock and num lock are all of the example of dash keys। ਤਾਂ ਜਿਹੜਾ caps lock ਹੁੰਦਾ ਦੇਖੋ ਤੁਹਾਨੂੰ ਪਤਾ ਹੀ ਹੈ, ਜੋ caps lock ਆਪਾਂ ਪ੍ਰੈਸ ਕਰਦੇ ਹਾਂ ਸਾਰੇ ਲੈਟਰ ਜੋ ਵੀ ਆਪਾਂ ਪ੍ਰੈਸ ਕਰਦੇ ਹਾਂ ਉਹ ਆਪਣੇ ਕੈਪੀਟਲ ਲੈਟਰ ਹੋ ਜਾਂਦੇ ਨੇ, ਠੀਕ ਹੈ ਨਾ। ਨਮ ਲੋਕ ਦੇ ਵਿੱਚ ਜਦੋਂ ਆਪਾਂ ਪ੍ਰੈਸ ਕਰਦੇ ਹਾਂ ਤਾਂ ਜਿਹੜਾ ਰਾਈਟ ਹੈਂਡ ਸਾਈਡ 'ਤੇ ਨੰਬਰਿੰਗ ਹੁੰਦੇ ਨੇ 1 2 3 ਕੀਜ਼ ਹੁੰਦੀਆਂ ਨੇ ਉਹ ਆਪਣਾ ਕੀ ਹੁੰਦਾ, ਉਹਨੂੰ ਲੋਕ ਲੱਗ ਜਾਂਦਾ ਹੁੰਦਾ ਤਾਂ ਸਿਰਫ ਐਰੋਜ਼ ਕੀ ਚੱਲਣ ਲੱਗ ਜਾਂਦੀਆਂ ਨੇ, ਠੀਕ ਹੈ। ਤਾਂ ਇੱਕ ਤਰ੍ਹਾਂ ਨਾਲ ਟੋਗਲ ਫੋਰਮ ਹੋ ਜਾਂਦੀ ਹੈ। ਤਾਂ ਮਤਲਬ ਇੱਕ ਹਾਈ ਸਟੇਟ ਤੋਂ ਲੋ ਸਟੇਟ ਤੋਂ ਹਾਈ ਸਟੇਟ ਹੋ ਜਾਂਦਾ ਹੈ। ਦੈਟਸ ਵਾਈ ਕਾਲਡ ਟੋਗਲ ਕੀਜ਼ ਕਹਿੰਦੇ ਆ। ਤਾਂ ਆਪਣਾ ਸੀ ਆਪਸ਼ਨ ਟੋਗਲ ਕੀਜ਼ ਦੇ ਉੱਤੇ ਤੁਸੀਂ ਟਿਕ ਲਾ ਦੋਗੇ। ਨੈਕਸਟ, a dash is a small device used to point to and select items on your computer screen। ਤਾਂ ਕੰਪਿਊਟਰ ਸਕਰੀਨ ਦੇ ਉੱਤੇ ਆਪਾਂ ਕਿਹੜੀ ਡਿਵਾਈਸ ਦੇ ਨਾਲ ਡਾਟੇ ਨੂੰ ਸਿਲੈਕਟ ਕਰਦੇ ਆ ਤੇ ਪੁਆਇੰਟ ਕਰ ਸਕਦੇ ਆ। ਓਬਵੀਅਸ ਗੱਲ ਹੈ ਇਨਪੁੱਟ ਡਿਵਾਈਸ ਨਾਲ ਕਰਾਂਗੇ। ਉਹ ਇਨਪੁੱਟ ਡਿਵਾਈਸ ਕਿਹੜੀ ਹੈਗਾ, ਮਾਊਸ ਹੁੰਦੀ ਹੈ। ਤਾਂ ਮਾਊਸ ਦੀ ਹੈਲਪ ਦੇ ਨਾਲ ਆਪਾਂ ਪੁਆਇੰਟ ਆਊਟ ਵੀ ਕਰ ਸਕਦੇ ਤਾਂ ਡਾਟੇ ਨੂੰ ਸਿਲੈਕਟ ਵੀ ਕਰ ਲੈਂਦੇ ਹੁੰਦੇ ਆ, ਠੀਕ ਹੈ, ਜਿਹੜੀ ਕੰਪਿਊਟਰ ਸਕਰੀਨ 'ਤੇ ਕੋਈ ਵੀ ਡਾਟਾ ਹੁੰਦਾ। ਤਾਂ ਇਹ ਆਪਸ਼ਨ ਦੇ ਉੱਤੇ ਤੁਸੀਂ ਟਿਕ ਲਾਓਗੇ। ਨੈਕਸਟ, ਸਪੀਡ ਆਫ ਲਾਈਨ ਪ੍ਰਿੰਟਰ ਇਜ਼ ਸਪੈਸੀਫਾਈਡ ਇਨ ਟਰਮਸ ਆਫ। ਜਿਹੜੀ ਆਪਣੀ ਲਾਈਨ ਪ੍ਰਿੰਟਰਸ ਹੁੰਦੀ ਆ ਉਹਦੀ ਜਿਹੜੀ ਸਪੀਡ ਹੁੰਦੀ ਹੈ ਕਿਹਦੇ 'ਚ, ਮੇਰੇ ਤੋਂ ਪਤਾ ਲਾਈਨ ਪ੍ਰਿੰਟਰ ਇੱਕ ਲਾਈਨ ਨੂੰ ਐਟ ਟਾਈਮ 'ਤੇ ਪ੍ਰਿੰਟ ਕਰਦਾ ਹੋਊਗਾ। ਤਾਂ ਓਬਵੀਅਸ ਗੱਲ ਹੈ ਲਾਈਨਸ ਪਰ ਮਿੰਟ, ਮਤਲਬ 1 ਮਿੰਟ ਦੇ ਵਿੱਚ ਕਿੰਨੀਆਂ ਲਾਈਨਸ ਪ੍ਰਿੰਟ ਹੋ ਰਹੀਆਂ ਨੇ। ਤਾਂ ਦਾ ਲਾਈਨ ਪਰ ਮਿੰਟ ਇਹ ਆਪਸ਼ਨ ਦੇ ਉੱਤੇ ਤੁਸੀਂ ਟਿਕ ਲਾਓਗੇ। ਨੈਕਸਟ, ਵਿਚ ਆਫ ਦੀ ਫੋਲੋਇੰਗ ਡਿਵਾਈਸਿਸ ਕੈਨ ਬੀ ਯੂਜ਼ਡ ਟੂ ਡਾਇਰੈਕਟਲੀ ਇਨਪੁਟ ਪ੍ਰਿੰਟਡ ਟੈਕਸਟ। ਤਾਂ ਉਹ ਕਿਹੜੀ ਡਿਵਾਈਸ ਹੈ ਜਿਹੜੀ ਆਪਣੀ ਮਤਲਬ ਡਾਇਰੈਕਟ ਇਨਪੁਟ ਕਰ ਦਿੰਦੇ ਆ ਪ੍ਰਿੰਟਡ ਟੈਕਸਟ ਨੂੰ। ਮਤਲਬ
ਆਪਾਂ ਕੋਈ ਟੈਕਸਟ ਲਿਖਿਆ ਹੋਇਆ ਉਹਦੇ ਤੇ ਡਿਵਾਈਸ ਰੱਖਾਂਗੇ ਆਪਾਂ ਤਾਂ ਉਹੀ ਕਰੈਕਟਰਸ ਨੂੰ ਬਿਲਕੁਲ ਕੰਪਿਊਟਰ ਦੇ ਵਿੱਚ ਇਨਸਾਈਡ ਕਰ ਦੂਗੀ। ਤਾਂ ਓਬਵੀਅਸ ਗੱਲ ਹੈ ਕੋਈ ਇਨਪੁਟ ਡਿਵਾਈਸ ਹੋਊਗੀ, ਤਾਂ ਉਹ ਇਨਪੁਟ ਡਿਵਾਈਸ ਕਿਹੜੀ ਆ, OCR, ਤਾਂ ਆਪਟੀਕਲ ਕਰੈਕਟਰ ਰਿਕੋਗਨੀਸ਼ਨ। ਤਾਂ ਆਪਟੀਕਲ ਕਰੈਕਟਰ ਰਿਕੋਗਨੀਸ਼ਨ ਇੱਕ ਅਜਿਹਾ ਮਤਲਬ ਇਨਪੁਟ ਡਿਵਾਈਸ ਹੈ ਜਿਹੜੇ ਕਰੈਕਟਰਸ ਲਿਖੇ ਹੋਏ ਟੈਕਸਟ ਨੂੰ ਇਮੇਜ ਦੀ ਫਾਰਮ ਦੇ ਵਿੱਚ ਸਿੱਧਾ ਐਂਟਰ ਕੰਪਿਊਟਰ ਦੇ ਵਿੱਚ ਕਰ ਦਿੰਦੇ ਹੁੰਦੇ ਨੇ। ਬਿਲਕੁਲ ਓਕੇ। ਨੈਕਸਟ, ਵਿਚ ਟਰਮ ਇਜ਼ ਯੂਜ਼ਡ ਫॉर ਰੈਜ਼ੋਲੂਸ਼ਨ ਆਫ ਲੇਜ਼ਰ ਪ੍ਰਿੰਟਰ। ਤਾਂ ਲੇਜ਼ਰ ਪ੍ਰਿੰਟਰ ਦੀ ਰੈਜ਼ੋਲੂਸ਼ਨ ਆਪਾਂ ਕਿਸ ਦੇ ਵਿੱਚ ਮੇਜ਼ਰ ਕਰਦਾ। ਰੈਜ਼ੋਲੂਸ਼ਨ ਮਤਲਬ ਕੀ ਹੁੰਦਾ ਬੇਸਿਕਲੀ ਵੀ ਕਿੰਨੀ ਕੁ ਮਤਲਬ ਆਪਣੀ ਜਿਹੜੀ ਪ੍ਰਿੰਟ ਆਊਟ ਹੋ ਕੇ ਡਾਟਾ ਆ ਰਿਹਾ ਕਿੰਨਾ ਕੁ ਮਤਲਬ ਸਾਫ਼ ਆ ਰਹੀ ਹੈ, ਮਤਲਬ ਪ੍ਰਿੰਟਿੰਗ ਕਿੰਨੀ ਕੁ ਸਾਫ਼ ਹੋ ਰਹੀ ਹੈ ਨਾ। ਤਾਂ ਰੈਜ਼ੋਲੂਸ਼ਨ ਹਾਈ ਹੋਣੀ ਚਾਹੀਦੀ ਹੁੰਦੀ ਹੈ, ਦੈਟ ਇਜ਼ ਦਾ ਡਾਟਸ ਪਰ ਇੰਚ। ਤਾਂ DPI ਦੇ ਵਿੱਚ ਮੇਜ਼ਰ ਕਰਦੇ ਆ। DPI ਦੀ ਫੁੱਲ ਫਾਰਮ ਵੀ ਬਹੁਤ ਵਾਰੀ ਆਸ ਕਰਦਾ, ਤਾਂ ਡਾਟਸ ਪਰ ਇੰਚ ਦੇ ਉੱਤੇ ਤੁਸੀਂ ਟਿਕ ਲਾਓਗੇ। ਤਾਂ DPI ਡਾਟਸ ਪਰ ਇੰਚ, ਇਹ ਜਿੰਨੀ ਜ਼ਿਆਦਾ DPI ਹਾਈ ਹੋਊਗੀ ਤਾਂ ਉਨੀ ਜ਼ਿਆਦਾ ਕਲੈਰਿਟੀ, ਉਨੀ ਜ਼ਿਆਦਾ ਰੈਜ਼ੋਲੂਸ਼ਨ ਹਾਈ ਹੁੰਦੀ ਹੈ ਪ੍ਰਿੰਟਿੰਗ ਦੇ ਵਿੱਚ। ਓਕੇ। ਨੈਕਸਟ, ਫਲੋਪੀ ਡਿਸਕ ਕੰਟੇਨਸ। ਤਾਂ ਫਲੋਪੀ ਡਿਸਕ ਜਿਹੜੀ ਹੁੰਦੀ ਆ ਉਸ ਦੇ ਵਿੱਚ ਕੀ ਕੁਝ ਹੁੰਦਾ। ਤਾਂ ਫਲੋਪੀ ਡਿਸਕ ਦੇ ਵਿੱਚ ਸਰਕੂਲਰ ਟਰੈਕਸ ਵੀ ਹੁੰਦੇ ਨੇ, ਸੈਕਟਰਸ ਓਨਲੀ ਵੀ ਹੁੰਦੇ ਨੇ, ਬੋਥ A ਐਂਡ B। ਤਾਂ ਬੋਥ A ਐਂਡ B ਦੇ ਉੱਤੇ ਟਿਕ ਲਾ ਦੋਗੇ। ਸਰਕੂਲਰ ਟਰੈਕਸ ਤੇ ਸੈਕਟਰਸ ਇਹ ਦੋਹੇ ਹੁੰਦੇ ਨੇ, ਤਾਂ C ਆਪਸ਼ਨ ਦੇ ਉੱਤੇ ਤੁਸੀਂ ਟਿਕ ਲਾਓਗੇ। ਨੈਕਸਟ, CD-ROM ਇਜ਼ ਆ। ਤਾਂ CD-ROM ਬੇਸਿਕਲੀ ਕੀ ਹੁੰਦੀ ਹੈ, ਇਹ ਇੱਕ ਆਪਟੀਕਲ ਡਿਵਾਈਸ ਹੈਗਾ, ਆਪਟੀਕਲ ਸਟੋਰੇਜ ਡਿਵਾਈਸ ਹੈ ਜੀ ਹੈਗੀ ਹੈ CD। ਤਾਂ ਆਪਟੀਕਲ ਸਟੋਰੇਜ ਤਾਂ ਕਿਤੇ ਲਿਖਿਆ ਨਹੀਂ ਹੋਇਆ, ਦੈਟਸ ਵਾਈ ਨਨ ਆਫ ਥੀਸ ਦੇ ਉੱਤੇ ਤੁਸੀਂ ਟਿਕ ਲਾਓਗੇ। ਤਾਂ D ਆਪਸ਼ਨ ਨਨ ਆਫ ਥੀਸ ਦੇ ਉੱਤੇ ਆਪਾਂ ਟਿਕ ਲਾਵਾਂਗੇ। ਨੈਕਸਟ, ਇਨਫੋਰਮੇਸ਼ਨ ਰਿਟਰਾਈਵਰ ਇਜ਼ ਫਾਸਟਰ ਫਰੋਮ। ਤਾਂ ਇਨਫੋਰਮੇਸ਼ਨ ਜਿਹੜੀ ਰਿਟਰਾਈਵ ਕਰ ਮਤਲਬ ਕਿਸੇ ਡਿਵਾਈਸ ਦੇ ਵਿੱਚ ਆਪਾਂ ਨੇ ਡਾਟਾ ਸਟੋਰ ਕਰਤਾ, ਉੱਥੋਂ ਦੀ ਦੀਵਾਰ ਤੋਂ ਪਿਕ ਕਰਨਾ, ਤਾਂ ਸਭ ਤੋਂ ਜ਼ਿਆਦਾ ਫਾਸਟੈਸਟ ਆਪਾਂ ਪਿਕ ਕਿੱਥੋਂ ਕਰਦੇ ਹੁੰਦੇ ਆ। ਦੇਖੋ ਜਿਹੜੀ ਮੈਮਰੀ ਕੰਪਿਊਟਰ ਦੇ ਵਿੱਚ ਹੋਊਗੀ ਉੱਥੋਂ ਡਾਟਾ ਜਲਦੀ ਪਿਕ ਹੋ ਸਕਦਾ ਹੈਗਾ, ਤਾਂ ਡੈਟ ਇਜ਼ ਦਾ ਹਾਰਡ ਡਿਸਕ। ਕਿਉਂਕਿ ਫਲੋਪੀ ਡਿਸਕ ਆਪਣੀ ਦੇਖੋ ਐਕਸਟਰਨਲ ਹੈਗੀ ਹੈ, CD ਐਕਸਟਰਨਲ ਹੁੰਦੀ ਹੈ, ਮੈਗਨੈਟਿਕ ਟੇਪ ਵੀ ਐਕਸਟਰਨਲ ਦੀ ਤਰ੍ਹਾਂ ਹੀ ਹੁੰਦੀ ਹੈ, ਠੀਕ ਹੈ ਨਾ। ਬਟ ਜਿਹੜੀ ਹਾਰਡ ਡਿਸਕ ਆਪਾਂ ਯੂਜ਼ ਕਰਦੇ ਆ ਤਾਂ ਇਨਬਿਲਟ ਹੁੰਦੀ ਹੈ, ਤਾਂ ਮਤਲਬ ਉਸ ਦੇ ਵਿੱਚ ਸਭ ਤੋਂ ਜ਼ਿਆਦਾ ਫਾਸਟ ਆਪਾਂ ਡਾਟੇ ਨੂੰ ਰਿਟਰਾਈਵ ਕਰ ਸਕਦੇ ਆ। ਤਾਂ C ਆਪਸ਼ਨ ਦੇ ਉੱਤੇ ਤੁਸੀਂ ਟਿਕ ਲਾਓਗੇ। ਨੈਕਸਟ, ਕੀਬੋਰਡ ਇਜ਼ ਦਿਸ ਕਾਈਂਡ ਆਫ ਡਿਵਾਈਸ। ਤਾਂ ਕੀਬੋਰਡ ਬੇਸਿਕਲੀ ਕਿਹੜੀ ਡਿਵਾਈਸ ਹੁੰਦਾ ਹੈ, ਇਨਪੁਟ ਡਿਵਾਈਸ ਹੈ ਕਿ ਆਊਟਪੁੱਟ ਆ। ਤਾਂ ਓਬਵੀਅਸ ਗੱਲ ਹੈ ਇਨਪੁਟ ਡਿਵਾਈਸ ਹੈ, ਤਾਂ B ਆਪਸ਼ਨ ਇਨਪੁਟ ਦੇ ਉੱਤੇ ਤੁਸੀਂ ਟਿਕ ਲਾਓਗੇ। ਨੈਕਸਟ, ਵੀ ਕੈਨ ਐਂਟਰ ਟੈਕਸਟ ਟੂ ਦੀ ਕੰਪਿਊਟਰ ਬਾਏ। ਤਾਂ ਆਪਾਂ ਕੰਪਿਊਟਰ ਦੇ ਵਿੱਚ ਜੇ ਟੈਕਸਟ ਐਂਟਰ ਕਰਵਾਉਣਾ ਹੋਵੇ ਤਾਂ ਕਿਸ ਦੀ ਹੈਲਪ ਨਾਲ ਕਰਵਾਵਾਂਗੇ। ਤਾਂ ਓਬਵੀਅਸ ਗੱਲ ਹੈ ਕੀਬੋਰਡ ਦੀ ਹੈਲਪ ਦੇ ਨਾਲ ਆਪਾਂ ਕਰਵਾਵਾਂਗੇ। ਓਕੇ। ਤਾਂ ਕੀਬੋਰਡ ਦੀ ਹੈਲਪ ਦੇ ਨਾਲ ਹੀ ਆਪਾਂ ਕਰਵਾ ਸਕਦੇ। ਓਕੇ। ਤਾਂ ਨੈਕਸਟ ਹੈਗਾ, ਵੀ ਕੈਨ ਕੁਇਕਲੀ ਮੂਵ ਆ ਕਰਸਰ ਬਾਏ। ਤਾਂ ਆਪਾਂ ਕਰਸਰ ਨੂੰ ਮੂਵ ਕੁਇਕਲੀ ਕਰ ਸਕਦੇ ਆ, ਤਾਂ ਕਿਹਦੇ ਹੈਲਪ ਨਾਲ ਕਰਾਂਗੇ ਆਪਾਂ ਕਰਸਰ ਨੂੰ ਮੂਵ। ਤਾਂ ਓਬਵੀਅਸ ਗੱਲ ਆ ਮਾਊਸ ਦੀ ਹੈਲਪ ਨਾਲ ਕਰਾਂਗੇ। ਤਾਂ C ਆਪਸ਼ਨ ਮਾਊਸ ਦੇ ਉੱਤੇ ਤੁਸੀਂ ਟਿਕ ਲਾਓਗੇ। ਨੈਕਸਟ, ਸਕੈਨਰ ਸਕੈਨਸ। ਤਾਂ ਸਕੈਨਰ ਕੀ ਸਕੈਨ ਕਰ ਸਕਦਾ। ਤਾਂ ਓਬਵੀਅਸ ਗੱਲ ਆ ਪਿਕਚਰ ਵੀ ਸਕੈਨ ਕਰ ਸਕਦਾ, ਟੈਕਸਟ ਡਾਟਾ ਵੀ ਸਕੈਨ ਕਰ ਸਕਦਾ ਹੈਗਾ। ਤਾਂ ਬੋਥ ਪਿਕਚਰ ਐਂਡ ਟੈਕਸਟ। ਤਾਂ C ਆਪਸ਼ਨ ਦੇ ਉੱਤੇ ਤੁਸੀਂ ਟਿਕ ਲਾਓਗੇ। ਬਹੁਤ ਹੀ ਆਸਾਨ ਕੁਐਸਚਨ ਨੇ, ਬਟ ਇਹ ਹੁੰਦਾ ਵੀ ਇੱਕ ਵਾਰੀ ਜੇ ਆਪਣੀ ਨਿਗਾਹ ਦੇ ਵਿੱਚ ਆਏ ਹੋਣ MCQ ਤਾਂ ਬਹੁਤ ਈਜ਼ੀ ਰਹਿੰਦੇ ਨੇ। ਤਾਂ ਆਪਣੇ ਨੋਟਸ ਜ਼ਰੂਰ ਬਣਾ ਲਿਆ ਕਰੋ ਡੀਅਰ, ਵੀ ਤਾਂ ਜੋ ਤੁਹਾਨੂੰ ਬਾਰ-ਬਾਰ ਰਿਵੀਜ਼ਨ ਜੇ ਕਰਨੀ ਹੋਵੇ ਤਾਂ ਤੁਹਾਡੇ ਲਵੇ ਕਾਪੀ ਹੋਣੀ ਚਾਹੀਦੀ ਹੈ, ਠੀਕ ਹੈ ਨਾ। ਤਾਂ ਬਹੁਤ ਹੈਲਪਫੁਲ ਨੋਟਸ ਨੇ ਡੀਅਰ, ਮੈਂ ਬਹੁਤ ਜ਼ਿਆਦਾ ਹਾਰਡ ਵਰਕ ਕਰ ਰਿਹਾ ਇਸ ਦੇ ਲਈ ਵੀ ਤਾਂ ਜੋ ਤੁਹਾਨੂੰ ਇੱਕ ਬੈਸਟ ਤੋਂ ਬੈਸਟ ਡਾਟਾ ਮੈਂ ਤੁਹਾਡੇ ਲਈ ਅਵੇਲੇਬਲ ਕਰ ਸਕਾਂ। ਤਾਂ ਪਲੀਜ਼ ਡੀਅਰ ਮੇਰੀ ਇਸ ਹਾਰਡ ਵਰਕ ਨੂੰ ਪਲੀਜ਼ ਅੱਗੇ ਫਾਰਵਰਡ ਜ਼ਰੂਰ ਕਰ ਦਿਆ ਕਰੋ ਆਪਣੇ ਫਰੈਂਡਸ ਦੇ ਵਿੱਚ, ਵੀ ਤਾਂ ਜੋ ਮੈਨੂੰ ਬਹੁਤ ਮਤਲਬ ਕੌਨਫੀਡੈਂਸ ਆਵੇ ਵੀ ਹਾਂ ਮੇਰਾ ਡਾਟਾ ਬਹੁਤ ਜ਼ਿਆਦਾ ਸਟੂਡੈਂਟਸ ਦੇਖ ਰਹੇ ਨੇ, ਠੀਕ ਹੈ। ਤਾਂ ਚਲੋ ਨੈਕਸਟ ਕੁਐਸਚਨ ਆਪਾਂ ਕਰਦੇ ਹਾਂ। ਡੈਸ਼ ਟਰਾਂਸਫਰਸ ਡਾਟਾ ਫਰੋਮ ਕੰਪਿਊਟਰ ਔਨ ਟੂ ਪੇਪਰ। ਤਾਂ ਕੰਪਿਊਟਰ ਦੇ ਵਿੱਚ ਜਿਹੜਾ ਡਾਟਾ ਹੁੰਦਾ ਉਹਨੂੰ ਪੇਪਰ 'ਤੇ ਲੈ ਕੇ ਆਉਣ ਦਾ ਕੰਮ ਕੌਣ ਕਰਦਾ। ਓਬਵੀਅਸ ਗੱਲ ਆ ਪ੍ਰਿੰਟਰ ਕਰੇਗਾ। ਤਾਂ ਪ੍ਰਿੰਟਰ ਤੋਂ ਹੀ ਆਪਾਂ ਡਾਟੇ ਨੂੰ ਕੀ ਕਰਦੇ ਆ, ਆਪਾਂ ਪ੍ਰਿੰਟ ਕਰਦੇ ਆ ਨਾ। ਤਾਂ ਜਿਹੜਾ ਕੰਪਿਊਟਰ ਦੇ ਵਿੱਚ ਕੁਝ ਵੀ ਡਾਟਾ ਪਿਆ ਹੁੰਦਾ ਹੈ ਉਹ ਪੇਪਰ ਦੇ ਉੱਤੇ ਪ੍ਰਿੰਟ ਹੋ ਜਾਂਦਾ, ਤਾਂ ਪ੍ਰਿੰਟਰ ਦੀ ਹੈਲਪ ਨਾਲ ਹੀ ਪ੍ਰਿੰਟ ਹੋਊਗਾ। ਓਕੇ। ਨੈਕਸਟ, ਵਿਚ ਆਫ ਦੀ ਫੋਲੋਇੰਗ ਇਜ਼ ਨੋਟ ਐਨ ਇਨਪੁਟ ਡਿਵਾਈਸ। ਤਾਂ ਇਹਨਾਂ ਵਿੱਚੋਂ ਕਹਿੰਦਾ ਗਰੁੱਪ ਦੇ ਵਿੱਚ ਇਨਪੁਟ ਡਿਵਾਈਸ ਕਿਹੜੀ ਨਹੀਂ ਹੈਗੀ। ਤਾਂ ਓਬਵੀਅਸ ਜੀ ਗੱਲ ਹੈ ਮੋਨੀਟਰ ਆਪਣੀ ਆਊਟਪੁੱਟ ਡਿਵਾਈਸ ਹੈਗੀ। ਤਾਂ ਮੋਨੀਟਰ ਕੀ ਹੈ, ਇੱਕ ਆਊਟਪੁੱਟ ਡਿਵਾਈਸ ਹੈ, ਦੈਟਸ ਵਾਈ ਇਹ ਇਨਪੁਟ ਨਹੀਂ ਹੋ ਸਕਦੀ। ਤਾਂ B ਆਪਸ਼ਨ ਦੇ ਉੱਤੇ ਤੁਸੀਂ ਟਿਕ ਲਾਓਗੇ। ਨੈਕਸਟ,
विच टाइप ऑफ डिवाइस इज अ कंप्यूटर प्रिंटर। तो प्रिंटर बेसिकली क्या एक इनपुट डिवाइस है का आउटपुट डिवाइस। ऑब्वियस गल आपने किया सीगा मोनीटर प्रिंटर प्लोटर प्रोजैक्टर ये सारे की ने एक आउटपुट डिवाइसिस ही ने। तो बी ऑप्शन आउटपुट के उत्ते तुसीं टिक लाओगे। नैक्सट CDs एंड DVDs आर ऑफ विच शेप। तो जो CDs ते DVDs होंगे ने ऑब्वियस गल आप देखिया होया ने कि शेप दे सर्कुलर शेप च होंदियां ने। तो राउंड शेप आप टिक लावांगे तो डी ऑप्शन राउंड शेप के उत्ते तुसीं टिक ला दोगे। नैक्सट फॉर सीइंग दी आउटपुट वी यूज। तो जे आपने आउटपुट देखनी होवे तो आप किस दा यूज़ करते होंगे। तो ऑब्वियस गल मोनीटर का यूज़ करते हैं। तो बी ऑप्शन मोनीटर के उत्ते तुसीं टिक लाओगे क्योंकि जो भी प्रोसैस CPU प्रोसैस डाटा करता है वो डिस्पले किते हुंदा जाके मोनीटर दे विच जाके डिस्पले हुंदा हैगा। ओके नैक्सट बायस स्टैंड्स फॉर। तो बायस की हुंदा बेसिकली बेसिक इनपुट आउटपुट सिस्टम हुंदा है। तो बेसिक इनपुट आउटपुट सिस्टम बहुत बारी एग्जाम च फुल फॉर्म आस्क की हुई। बायस की फुल फॉर्म की है बेसिक इनपुट आउटपुट सिस्टम। बायस की की है फुल फॉर्म है बेसिकली। नैक्सट जनरली दी माउस हैज़ डैश बटन। तो जो अपने माउस होंगे ने तो उन्होंने किन्ने बटन होंगे ने। तो कई माउस 2 होंगे ने कई 3 होंगे ने। तो 2 और 3 के उत्ते तुसीं टिक लाओगे तो डी ऑप्शन 2 और 3 ठीक है ना। ये दोवें मतलब माउस अपने लवे अवेलेबल ने तो बहुत ही ज़्यादा यूज़ भी होंगे ने। ओके नैक्सट विच ऑफ द फॉलोइंग इज़ अ टर्म रिलेटेड टू विद दी प्रिंटर। तो प्रिंटर के नाल किहड़ी टर्म रिलेट करती हैगी। तो प्रिंटर के नाल आपां बेसिकली कार्टराइज तुसीं टर्म यूज़ की होगी कदे। प्रिंटर जे कदे कदे आपां शॉप ते खड़े तो कार्टराइज की गल करदा हुंदा। कदे भी शॉपकीपर वगैरह भी कार्टराइज महंगा हुंदा हैगा ठीक है ना। तो कार्टराइज के उत्ते तुसीं टिक लाओगे। नैक्सट इन कंप्यूटर सिस्टम स्कैनर इज़ अ डैश डिवाइस। तो जो स्कैनर होंदा बेसिकली तो किहड़ी डिवाइस है एक। तो एक इनपुट डिवाइस है। तो ए ऑप्शन इनपुट के उत्ते तुसीं टिक लाओगे। नैक्सट स्पीड ऑफ लेजर प्रिंटर इज़ मेजर्ड इन। तो जो लेजर प्रिंटर होंगे ने बेसिकली तो इन्हां दी स्पीड आपां किस दे विच मेजर करदे लेजर प्रिंटर। तो लेजर प्रिंटर अपने पेजिज पर मिनट पेज प्रिंट करते हैं सीधे। तो पेजिज पर मिनट का बी ऑप्शन पेजिज पर मिनट के उत्ते तुसीं टिक लाओगे। याद रखो जो उन्हें रेजोल्यूशन कहा है तो DPI ते टिक लाओगे। डॉट्स पर इंच रेजोल्यूशन मतलब क्वालिटी हो जाता है ठीक है ना। तो पेज स्पीड मतलब किन्ने पेज प्रिंट कर क्योंकि ये एक पेज वाले ने भी पेज नूं सीधा प्रिंट कर देंगे ने। ओके नैक्सट CD स्टैंड्स फॉर। तो CD की फुल फॉर्म की होंगे कॉम्पैक्ट डिस्क होंगी है। बहुत ही ईजिली तुहानूं पता ही है CD की फुल फॉर्म अपनी कॉम्पैक्ट डिस्क होंगी है। नैक्सट कीबोर्ड एंड डैश आर द एग्जाम्पल्स ऑफ इनपुट डिवाइस। तो कीबोर्ड ते होर किहड़ी अपनी इनपुट डिवाइस ने मेन अपनी माउस। तो कीबोर्ड एंड माउस आर द इनपुट डिवाइसिस। नैक्सट ऑल दी फॉलोइंग आर द एग्जाम्पल्स ऑफ इनपुट डिवाइसिस एक्सैप्ट। तो इन्हें सारे कहना इनपुट डिवाइसिस ने एक्सैप्ट किहड़ी इन्हां च इनपुट डिवाइस नहीं हैगी। तो इन्हां च प्रिंटर इज़ नॉट आ इनपुट इट इज़ आ आउटपुट डिवाइस। तो आप बहुत बारी मैं तुहानूं दसदा भी 5 चीज़ां ने सिर्फ मोनीटर प्रिंटर प्रोजैक्टर प्लॉटर ते अपना एक स्पीकर ये अपने आउटपुट ने। बाकी तुहानूं लगे बाकी सारे तुसीं इनपुट के उत्ते तुसीं टिक लाओगे तुहानूं याद भी ना होवे ठीक है ना। वैसे तो मैं सारी लिस्ट लिखवाती थोड़ा याद कर लो बट आउटपुट नूं तुसीं याद करके रखो बस। नैक्सट हाउ मैनी कीज़ वर इन कीबोर्ड इन अर्ली डेज। तो जो कीबोर्ड पहला बनाए गए सीगे तो उस समय किन्नियां कीज़ का इस्तेमाल किया गया सीगा। तो उस समय 83 कीज़ का इस्तेमाल किया गया सी। तो बी ऑप्शन 83 के उत्ते तुसीं टिक लाओगे। नैक्सट हाउ मैनी कीज़ आर देयर इन स्टैंडर्ड कीबोर्ड। तो जो अजकल के स्टैंडर्ड कीबोर्ड हैगे ने उन्हां विच किन्नियां कीज़ हुंदियां ने। तो 104 कीज़ हुंदे ने। तो मेनली 104 जे 104 ऑप्शन ना होवे फिर तुसीं 101 ते टिक लाओगे। तो मेन ऑप्शन तो हैगा 104 104 ऑप्शन ते पे बिल्कुल ठीक है ना। जे दोहें भी पे ने तो 104 ते ही टिक लाना। जे 104 ना होवे फिर अपना 101 ते तुसीं टिक लाओगे ठीक है। नैक्सट द नंबर ऑफ फंक्शन कीज़ इन दी कीबोर्ड इज़। तो कीबोर्ड दे विच किन्नियां फंक्शन कीज़ हुंदियां ने। जे तुसीं ध्यान नाल कीबोर्ड कंप्यूटर का देखो आपां सारे ने यूज़ करदे ही हां। तो 12 फंक्शन कीज़ हुंदियां ने। तो सी ऑप्शन 12 के उत्ते तुसीं टिक लाओगे। तो F12 तक हुंदियां ने बेसिकली। नैक्सट टू मेक दी नंबर पैड एक्ट्स एज डायरैक्शनल एरो वी प्रैस डैश की। तो जो अपना साइड ते नंबर पैड हुंदा राइट हैंड साइड ते 1 2 3 4 लिखिया हुंदा हैगा।
ਤਾਂ ਜੇ ਉਸ ਨੂੰ ਆਪਾਂ ਨੇ ਡਾਇਰੈਕਸ਼ਨਲ ਐਰੋ ਦੀ ਤਰ੍ਹਾਂ ਯੂਜ਼ ਕਰਨਾ ਹੋਵੇ ਤਾਂ ਆਪਾਂ ਨਮ ਲੌਕ ਕੀ ਪ੍ਰੈਸ ਕਰਾਂਗੇ, ਤਾਂ ਨਮ ਲੌਕ ਕੀ ਪ੍ਰੈਸ ਕਰ ਦਾਂਗੇ ਤਾਂ ਉਸ ਦੇ ਨਾਲ ਕੀ ਹੋਊਗਾ, ਤਾਂ ਉਹਨੂੰ ਲੌਕ ਲੱਗ ਜੂਗਾ ਨੰਬਰਿੰਗ ਨੂੰ, ਤਾਂ ਐਰੋ ਦੀ ਤਰ੍ਹਾਂ ਉਹ ਵਰਕ ਕਰਨਾ ਸਟਾਰਟਅਪ ਕਰ ਦੇਗਾ। ਨੈਕਸਟ ਕੰਟਰੋਲ ਸ਼ਿਫਟ ਐਂਡ ਆਲਟ ਆਰ ਕਾਲਡ ਡੈਸ਼ ਕੀਜ਼। ਤਾਂ ਜਿਹੜੇ ਕੰਟਰੋਲ ਕੀਜ਼ ਹੁੰਦੇ ਨੇ ਆਲਟ ਕੀ ਤੇ ਸ਼ਿਫਟ ਕੀਜ਼, ਇਹਨਾਂ ਨੂੰ ਆਪਾਂ ਮੋਡੀਫਾਇਰ ਕੀਜ਼ ਕਹਿੰਦੇ। ਤਾਂ ਇਹ ਆਪਸ਼ਨ ਮੋਡੀਫਾਇਰਸ ਦੇ ਉੱਤੇ ਤੁਸੀਂ ਟਿਕ ਲਾਓਗੇ, ਠੀਕ ਹੈ। ਨੈਕਸਟ the key that must be pressed each time a new comment or information is entered। ਤਾਂ ਜਦੋਂ ਕੋਈ ਵੀ ਆਪਾਂ ਨਵੀਂ ਕਮਾਂਡ ਜਾਂ ਇਨਫੋਰਮੇਸ਼ਨ ਦਿੰਨੇ ਆ ਤਾਂ ਆਪਾਂ ਨੂੰ ਕੀ ਪ੍ਰੈਸ ਕਰਨਾ ਚਾਹੀਦਾ, ਤਾਂ ਆਪਾਂ ਨੂੰ ਐਂਟਰ ਪ੍ਰੈਸ ਕਰਨਾ ਚਾਹੀਦਾ। ਤਾਂ ਬੀ ਆਪਸ਼ਨ ਐਂਟਰ ਦੇ ਉੱਤੇ ਤੁਸੀਂ ਟਿਕ ਲਾਓਗੇ। ਨੈਕਸਟ a key that make characters either upper or lower case and numbers to symbols। ਮਤਲਬ ਅੱਪਰ ਨੂੰ ਲੋਅਰ ਦੇ ਵਿੱਚ ਬਦਲ ਸਕਦਾ, ਲੋਅਰ ਨੂੰ ਅੱਪਰ ਦੇ ਵਿੱਚ ਤੇ ਆਪਣਾ ਸਿੰਬਲਸ ਨੰਬਰਸ ਨੂੰ ਸਿੰਬਲ 'ਚ ਯੂਜ਼ ਕਰ ਸਕਦਾ। ਤਾਂ ਦੈਟ ਇਜ਼ ਦਾ ਸ਼ਿਫਟ ਕੀ। ਤਾਂ ਸ਼ਿਫਟ ਕੀ ਦੀ ਹੈਲਪ ਦੇ ਨਾਲ ਆਪਾਂ ਇਹ ਧਿਆਨ ਨਾਲ ਦੇਖੋ ਨੰਬਰਸ ਨੂੰ ਸਿੰਬਲਸ ਵੀ, ਕੈਪਸਲੋਕ ਤਾਂ ਹੀ ਨਹੀਂ ਆਇਆ ਹੈਗਾ, ਦੇਖੋ ਕੈਪਸਲੋਕ ਤਾਂ ਸਿਰਫ ਲੋਅਰ ਕੇਸ ਨੂੰ ਅਪਰ ਕੇਸ ਚੇਂਜ ਕਰਦਾ, ਬਟ ਨੰਬਰਸ ਨੂੰ ਆਪਣਾ ਸਿੰਬਲਸ ਦੇ ਚੇਂਜ ਨਾਲ ਕਰਨ ਦੀ ਹੈਲਪ ਕੌਣ ਕਰਦਾ, ਸ਼ਿਫਟ ਕੀ ਕਰਦਾ। ਤਾਂ ਸ਼ਿਫਟ ਕੀ ਦੋਹੇ ਫੰਕਸ਼ਨ ਹੀ ਪਰਫਾਰਮ ਕਰਦੀ ਹੈਗੀ ਹੈ। ਓਕੇ ਨੈਕਸਟ have the cursor and the spaces to the right or put spaces in between words dash। ਤਾਂ ਜਿਹੜਾ ਆਪਾਂ ਕਰਸਰ ਤੇ ਉਹਦੇ ਵਿੱਚ ਸਪੇਸ ਦੇਣੀ ਹੋਵੇ ਰਾਈਟ ਸਾਈਡ ਤੇ ਤਾਂ ਆਪਾਂ ਨੂੰ ਕੀ ਪ੍ਰੈਸ ਕਰਨਾ ਪਊਗਾ, ਸਪੇਸ ਬਾਰ ਪ੍ਰੈਸ ਕਰਨੀ ਪੈਂਦੀ ਹੈ। ਤਾਂ ਬੀ ਆਪਸ਼ਨ ਸਪੇਸ ਬਾਰ ਦੇ ਉੱਤੇ ਤੁਸੀਂ ਟਿਕ ਲਾਓਗੇ। ਨੈਕਸਟ use this when you want to make all letters capital without having the use of shift key for each character। ਤਾਂ ਆਪਾਂ ਸਿੱਧਾ ਮਤਲਬ ਸਾਰੇ ਕਰੈਕਟਰ ਆਪਣੇ ਕੈਪੀਟਲ ਲੈਟਰ 'ਚ ਹੋਣ ਤਾਂ ਆਪਾਂ ਨੂੰ ਕੀ ਪ੍ਰੈਸ ਕਰਨਾ ਚਾਹੀਦਾ, ਤਾਂ ਓਬਵੀਅਸ ਗੱਲ ਹੈ ਕੈਪਸ ਲੌਕ ਪ੍ਰੈਸ ਕਰਾਂਗੇ। ਤਾਂ ਸੀ ਆਪਸ਼ਨ ਕੈਪਸ ਲੌਕ ਦੀ ਹੈਲਪ ਦੇ ਨਾਲ ਸਾਰੇ ਕਰੈਕਟਰ ਕੀ ਹੋ ਜਾਣਗੇ, ਅਪਰ ਕੇਸ ਵਿੱਚ ਆ ਜਾਣਗੇ। ਨੈਕਸਟ a key that will erase information from the computer's memory and characters on the screen। ਤਾਂ ਕਿਸ ਕੀ ਦੀ ਹੈਲਪ ਦੇ ਨਾਲ ਆਪਾਂ ਕੰਪਿਊਟਰਸ ਮੈਮਰੀ ਐਂਡ ਕਰੈਕਟਰ ਸਕਰੀਨ ਤੋਂ ਖਤਮ ਕਰ ਦਿੰਦੇ ਹਾਂ, ਦੈਟ ਇਜ਼ ਦਾ ਡਿਲੀਟ ਕੀ। ਤਾਂ ਬੀ ਆਪਸ਼ਨ ਡਿਲੀਟ ਕੀ ਦੇ ਉੱਤੇ ਤੁਸੀਂ ਟਿਕ ਲਾ ਦੋਗੇ। ਨੈਕਸਟ ਆ US ਸਟੈਂਡਰਡ ਕੀਬੋਰਡ ਫੋਲੋ। ਤਾਂ ਜਿਹੜਾ US ਦਾ ਸਟੈਂਡਰਡ ਕੀਬੋਰਡ ਹੈਗਾ ਉਹ ਕੁਆਰਟੀ ਮਾਡਲ ਫੋਲੋ ਕਰਦਾ ਹੈ, ਤਾਂ ਇਹ ਆਪਸ਼ਨ ਦੇ ਉੱਤੇ ਤੁਸੀਂ ਟਿਕ ਲਾਓਗੇ। ਨੈਕਸਟ ਦੀ ਕੁਆਰਟੀ ਕੀਬੋਰਡ ਇਜ਼, ਜਿਹੜਾ ਕੁਆਰਟੀ ਕੀਬੋਰਡ ਹੈਗਾ ਜਿਹੜਾ ਆਪਾਂ ਨੇ ਸਟੈਂਡਰਡ ਬਣਾ ਰੱਖਿਆ ਸਭ ਤੋਂ ਮੋਸਟ ਪੋਪੂਲਰ ਯੂਜ਼ਡ ਕੀਬੋਰਡ ਆਪਣੇ ਇੰਡੀਆ ਦੇ ਵਿੱਚ, ਤਾਂ ਇਸ ਦੀ ਮੋਸਟ ਪੋਪੂਲਰ ਕੀਬੋਰਡ। ਤਾਂ ਇਹ ਆਪਸ਼ਨ ਦੇ ਉੱਤੇ ਤੁਸੀਂ ਟਿਕ ਲਾਓਗੇ। ਨੈਕਸਟ ਯੂ ਕੈਨ ਯੂਜ਼ ਦੀ ਟੈਬ ਕੀ। ਤਾਂ ਟੈਬ ਕੀ ਤੁਹਾਨੂੰ ਪਤਾ ਆਪਾਂ ਇੰਡੈਂਟ ਦੀ ਪੈਰਾਗ੍ਰਾਫ ਦੇ ਲਈ ਯੂਜ਼ ਕਰਦੇ ਹਾਂ, ਤੁਸੀਂ ਪਹਿਲਾਂ ਵੀ ਪੜ੍ਹਿਆ ਹੋਊਗਾ ਟੈਬ ਕੀ ਦਾ ਆਪਾਂ ਇਸਤੇਮਾਲ ਕਰਦੇ ਹਾਂ ਇੰਡੈਂਟ ਦੀ ਪੈਰਾਗ੍ਰਾਫ ਦੇ ਲਈ। ਤਾਂ ਇਹ ਬੀ ਆਪਸ਼ਨ ਇੰਡੈਂਟ ਆ ਪੈਰਾਗ੍ਰਾਫ ਦੇ ਉੱਤੇ ਤੁਸੀਂ ਟਿਕ ਲਾਓਗੇ। ਨੈਕਸਟ what do we call the keys that change the meaning of what you type। ਤਾਂ ਉਹ ਕਿਹੜੇ ਕੀਜ਼ ਹੁੰਦੇ ਨੇ ਜਿਹੜਾ ਮੀਨਿੰਗ ਹੀ ਚੇਂਜ ਕਰ ਦਿੰਦੇ ਨੇ ਜੋ ਆਪਾਂ ਟਾਈਪ ਕਰਦੇ ਹਾਂ, ਉਹ ਮੋਡੀਫਾਇਰ ਕੀਜ਼ ਹੁੰਦੇ ਨੇ। ਤਾਂ ਬੀ ਆਪਸ਼ਨ ਮੋਡੀਫਾਇਰ ਕੀਜ਼ ਦੇ ਉੱਤੇ ਤੁਸੀਂ ਟਿਕ ਲਾਓਗੇ। ਜਿਵੇਂ ਆਪਾਂ ਆਲਟ ਕਹਿੰਦੇ ਆ, ਸ਼ਿਫਟ ਕਹਿੰਦੇ ਆ, ਇਹ ਵਾਲਾ ਜਿਹੜਾ ਆਪਣਾ ਆਲਟ ਸ਼ਿਫਟ ਤੇ ਕੰਟਰੋਲ ਜਿਹੜਾ ਕੀਜ਼ ਹੁੰਦੀਆਂ ਨੇ ਇਹ ਮੋਡੀਫਾਇਰ ਕੀਜ਼ ਨੇ। ਇਹ ਜੋ ਵੀ ਤੁਸੀਂ ਟਾਈਪ ਕਰਦੇ ਜਦੋਂ ਇਹਨਾਂ ਨੂੰ ਪ੍ਰੈਸ ਕਰ ਦਿਓ ਇਹਨਾਂ ਮੀਨਿੰਗ ਹੀ ਚੇਂਜ ਹੋ ਜਾਂਦਾ ਹੁੰਦਾ। ਓਕੇ ਨੈਕਸਟ the dash key and the dash key can be used in combination with other keys to perform shortcuts and special tasks। ਤਾਂ ਸ਼ਾਰਟਕਟ ਐਂਡ ਸਪੈਸ਼ਲ ਟਾਸਕ ਪਰਫਾਰਮ ਕਰਨ ਲਈ ਆਪਾਂ ਨੂੰ ਕੰਟਰੋਲ ਐਂਡ ਆਲਟ ਕੀਜ਼ ਦਾ ਇਸਤੇਮਾਲ ਕਰਦੇ ਆ। ਤਾਂ ਇਹ ਆਪਸ਼ਨ ਕੰਟਰੋਲ ਐਂਡ ਆਲਟ ਦੇ ਉੱਤੇ ਤੁਸੀਂ ਟਿਕ ਲਾਓਗੇ। ਨੈਕਸਟ ਵੈਨ ਆ ਕੀ ਇਜ਼ ਪ੍ਰੈਸਡ ਆ ਕੀਬੋਰਡ ਇੰਟਰੈਕਟਸ ਵਿਦ। ਜਦੋਂ ਆਪਾਂ ਕੀ ਪ੍ਰੈਸ ਕਰਦੇ ਆ ਤਾਂ ਕੀਬੋਰਡ ਦੇ ਵਿੱਚ ਕੀ ਇੰਟਰੈਕਟ ਹੁੰਦਾ ਬੇਸਿਕਲੀ, ਤਾਂ ਕੀਬੋਰਡ ਦੇ ਵਿੱਚ ਬੇਸਿਕਲੀ ਕੀਬੋਰਡ ਕੰਟਰੋਲਰ ਤੇ ਕੀਬੋਰਡ ਬਫਰ ਇਹ ਦੋਹੇ ਕਨੈਕਟ ਹੋ ਜਾਂਦੇ। ਤਾਂ ਬੋਥ ਏ ਐਂਡ ਬੀ ਦੇ ਉੱਤੇ ਤੁਸੀਂ ਟਿਕ ਲਾਓਗੇ। ਤਾਂ ਹੋਪ ਹੈ ਤੁਹਾਨੂੰ ਸੈਸ਼ਨ ਬਹੁਤ ਚੰਗਾ ਲੱਗਿਆ ਹੋਊਗਾ। ਤਾਂ ਪਲੀਜ਼ ਵੀਡੀਓਜ਼ ਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ ਜ਼ਿਆਦਾ ਤੋਂ ਜ਼ਿਆਦਾ, ਤੇ ਆਪਣੇ ਨੋਟਸ ਪਰਸਨਲੀ ਬਣਾਇਆ ਕਰੋ ਵੀ ਤਾਂ ਜੋ ਤੁਸੀਂ ਬਾਰ-ਬਾਰ ਇਸ ਚੈਪਟਰ ਦੀ ਰਿਵੀਜ਼ਨ ਕਰ ਸਕੋ। ਤਾਂ ਚਲੋ ਅੱਜ ਦਾ ਸੈਸ਼ਨ ਆਪਣਾ ਖਤਮ ਹੋਇਆ। ਤਾਂ ਪਲੀਜ਼ ਲਾਈਕ ਕਰ ਦਿਆ ਕਰੋ ਤੇ ਕਮੈਂਟ ਸੈਕਸ਼ਨ ਜਾ ਕੇ ਕਮੈਂਟ ਜ਼ਰੂਰ ਕਰ ਦਿਆ ਕਰੋ। एवरीवन ओके। तो चलो आज का सैशन आप खत्म करते हैं। तो थैंक्स यू एवरीवन फॉर वॉचिंग माई वीडियो।